ਇਸ ਦੇ ਉੱਤੇ ਗੌਰ ਕਿਸਾਨ ਜਥੇਬੰਦੀਆਂ ਨੂੰ ਕਰਨਾ ਚਾਹੀਦਾ ਕਿ ਪਾਰਲੀਮੈਂਟ ਦਾ ਜੋ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪਾਰਲੀਮੈਂਟ ਦੀ ਵੀ ਇੱਕ ਗਰਿਮਾ ਹੁੰਦੀ ਹੈ ਕਿ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਸਾਨ ਜਥੇਬੰਦੀਆਂ ਇਸ ਆਪਸ਼ਨ ਦੇ ਉੱਤੇ ਚਲੇ ਜਾਣ ਕਿ ਠੀਕ ਹੈ ਜੋ ਅਸੀਂ ਚਾਹੁੰਦੇ ਹਾਂ ਤਾਂ ਹੋ ਰਿਹਾ ਹੈ ਕਿ ਅੜੀ ਦੇ ਉੱਤੇ ਨਾ ਰਹੀਏ ਕਿ ਅਸੀਂ ਸੋਧ ਵਾਲੇ ਪਾਸੇ ਚਲੇ ਜਾਈਏ। ਮਤਲਬ ਐਂਡ ਆਫ ਦਾ ਡੇ ਤਾਂ ਉਹੀ ਚਾਹੀਦਾ ਕਿ ਸਾਡਾ ਫਾਇਦਾ ਹੋਵੇ। ਗੌਰਵ ਜੀ ਬਿਲਕੁਲ 25 ਸਤੰਬਰ ਨੂੰ ਜਦੋਂ ਵੱਡਾ ਇੱਥੇ ਸਾਰੀ ਜਗ੍ਹਾ ਚੱਕਾ ਜਾਮ ਪੰਜਾਬ ਦੇ ਵਿੱਚ ਹੋਇਆ ਸੀ, ਜੇ ਉਦੋਂ ਤੁਰੰਤ ਬਾਅਦ ਜੀ ਇਹ ਥੋੜਾ ਕਰਦੇ ਜਾਂ ਉਦੋਂ ਪਹਿਲਾਂ ਕਰ ਲੈਂਦੇ ਤੇ ਇਹੋ ਜਿਹੇ ਹੱਲ ਜਿਹੜੇ ਸੀ ਐਕਸੈਪਟੇਬਲ ਹੋ ਜਾਣੇ ਸੀ। ਕਿਹੜਾ ਕਿਸਾਨ ਜਥੇਬੰਦੀ ਚਾਹੁੰਦੀ ਹੈ ਇੰਨਾ ਜੋਖਮ ਲਿਆ ਜਾਏ, ਇੰਨਾ ਖਰਚਾ ਕੀਤਾ ਜਾਏ, ਇੰਨਾ ਲਾਮ ਲਸ਼ਕਰ ਉੱਥੇ ਫੌਜਾਂ ਜਿਸ ਤਰ੍ਹਾਂ ਤਾਇਨਾਤ ਹੁੰਦੀਆਂ ਬਾਰਡਰ ਦੇ ਉੱਤੇ ਜਿਵੇਂ ਕੋਈ ਮਹਾਭਾਰਤ ਹੋਣਾ ਹੋਵੇ, ਇਹੋ ਜਿਹੇ ਹਾਲਾਤ ਬਣੇ ਹੋਏ ਆ। ਉਹ ਕੌਣ ਚਾਹੁੰਦਾ ਸੀ? ਕੋਈ ਨਹੀਂ ਸੀ ਚਾਹੁੰਦਾ। ਉਦੋਂ ਮੌਕਾ ਅਸੀਂ ਬਹੁਤ ਖੰਜਾ ਦਿੱਤਾ। ਅੱਜ ਕੀ ਹੋ ਗਿਆ ਕਿ ਅੱਜ ਜੇ ਕੋਈ ਸਾਰੇ ਦੇ ਸਾਰੇ ਕਿਸਾਨ ਲੀਡਰ ਵੀ ਇਸ ਗੱਲ ਤੇ ਆ ਕੇ ਪੰਚਾਇਤ ਦੇ ਵਿੱਚ ਆਪਣੀ ਰੈਲੀ 'ਚ ਕਹਿਣ ਕਿ ਦੇਖੋ ਜੀ ਆਪਾਂ ਵਾਪਸੀ ਤੋਂ ਥੱਲੇ ਕਾਨੂੰਨ ਵਾਪਸ ਕਰਾਉਣ ਤੋਂ ਥੱਲੇ ਕੁਝ ਵੀ ਆਪਾਂ ਹੋਰ ਸਾਰੀਆਂ ਚੀਜ਼ਾਂ ਉਹ ਸਰਕਾਰ ਮੰਨਣ ਲਈ ਤਿਆਰ ਆ, ਤੇ ਮੈਨੂੰ ਨਹੀਂ ਲੱਗਦਾ ਕਿ ਜਿਹੜੇ ਲੋਕ ਆ ਉਹ ਮੰਨਣਗੇ, ਕਿਉਂਕਿ ਲੋਕਾਂ ਦੀ ਸਾਈਕੀ 6 ਮਹੀਨਿਆਂ ਦੇ ਅੰਦਰ ਇਹ ਪੱਕ ਗਈ ਆ ਕਿ ਜਦ ਤੱਕ ਕਾਨੂੰਨ ਵਾਪਸ ਨਹੀਂ ਹੁੰਦੇ ਅਸੀਂ ਪਿੰਡਾਂ ਨੂੰ ਵਾਪਸ ਨਹੀਂ ਜਾਣਾ। ਹਾਲਤ ਇਹ ਬਣ ਗਈ ਕੱਲਾ ਕਿਸਾਨ ਵੀ ਜੇ ਮੰਨ ਜਾਣ ਉੱਥੇ ਦੇ ਤੇ ਜਿਹੜੇ ਪਿੰਡਾਂ 'ਚ ਉਹਨਾਂ ਦੀਆਂ ਬੀਬੀਆਂ ਭੈਣਾਂ ਭਰਾ ਜਾਂ ਪਿੰਡ ਵਾਲੇ ਲੋਕ ਬੈਠੇ ਆ ਉਹਨਾਂ ਤੋਂ ਡਰਦੇ ਮਾਰੇ ਉਹ ਕਿਸਾਨ ਵਾਪਸ ਨਹੀਂ ਆਉਣਗੇ। ਉਹ ਕਹਿੰਦੇ ਕਿ ਤੁਹਾਨੂੰ ਭੇਜਿਆ ਤੇ ਕਾਨੂੰਨ ਵਾਪਸ ਕਰਨੀ ਸੀ, ਤੁਸੀਂ ਹੁਣ ਵਾਪਸ ਕਿਵੇਂ ਆ ਗਏ ਹੱਥ ਲਮਕਾ ਕੇ। ਇਸ ਗੱਲ ਦੀ ਰਾਜਨੀਤਿਕ ਤਸੀਰ ਤੇ ਜਿਸ ਤਰੀਕੇ ਨਾਲ ਇਹਦਾ ਫੈਲਾਅ ਹੋ ਗਿਆ ਸਾਈਕੋਲੋਜੀਕਲੀ, ਸੋਸ਼ੀਓਲੋਜੀਕਲੀ, ਪੋਲੀਟੀਕਲੀ, ਇਹ ਸੈਂਟਰ ਦੀ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਇਹ ਹੁਣ ਜਨ ਅੰਦੋਲਨ ਬਣ ਗਿਆ। ਜਨ ਦੇ ਘਰ ਜਦੋਂ ਗੱਲ ਕੋਲ ਪਹੁੰਚੇ ਲੀਡਰਾਂ ਦੇ ਵੱਸ ਤੋਂ ਬਾਹਰ ਚਲੇ ਜਾਂਦੇ। ਜੀ ਪ੍ਰੋਫੈਸਰ ਸਾਹਿਬ ਦੇਖੋ ਆਪਾਂ ਗੱਲ ਇਸੇ ਕਰਕੇ ਕਰ ਰਹੇ ਹਾਂ ਕਿ ਇਸ ਦਾ ਐਕਚੁਅਲ ਚ ਹੱਲ ਕੀ ਨਿਕਲ ਸਕਦਾ ਹੈ। ਜਿਹੜਾ ਤੁਸੀਂ ਵੀ ਜ਼ਿਕਰ ਕਰ ਰਹੇ, ਮੈਂ ਤੁਹਾਡੇ ਕੋਲ ਆਣਾ ਪਰ ਮੈਂ ਇੱਕ ਘੁੰਮਣ ਸਾਹਿਬ ਦਾ ਵੀ ਰਿਐਕਸ਼ਨ ਲਵਾਂਗਾ। ਘੁੰਮਣ ਸਾਹਿਬ ਜੋ ਤੁਸੀਂ ਬਦਲ ਕਹਿ ਰਹੇ ਸੀ ਕਿ ਕਾਨੂੰਨ ਵਾਪਸ ਨਹੀਂ ਲੈਣੇ ਤਾਂ ਸਸਪੈਂਡ ਕਰ ਦਿਓ, ਜੇ ਇਹਨਾਂ ਦੋਨਾਂ ਤੋਂ ਅੱਗੇ ਵਧੀਏ ਤਾਂ ਕੀ ਦੂਜੇ ਬਦਲ ਦੇ ਉੱਤੇ ਕਿਸਾਨਾਂ ਨੂੰ ਸੋਚਣਾ ਚਾਹੀਦਾ ਅਮੈਂਡਮੈਂਟ ਵਾਲੇ ਪਾਸੇ ਨੂੰ? ਕਿਉਂਕਿ ਪ੍ਰੋਫੈਸਰ ਸਾਹਿਬ ਕਹਿ ਰਹੇ ਨੇ ਕਿ ਜੋ ਗ੍ਰਹਿ ਮੰਤਰੀ ਨਾਲ ਮੁਲਾਕਾਤ ਹੋਈ ਉਸ ਦਾ ਸਾਰਾਂਸ਼ ਇਹੀ ਸੀ ਕਿ ਤੁਸੀਂ ਸਾਰਾ ਕੁਝ ਬਦਲ ਲਓ, ਬਸ ਕਵਰ ਨਾ ਬਦਲੋ, ਮਤਲਬ ਕਾਨੂੰਨ ਰਹਿਣ ਦਿਓ, ਤੁਸੀਂ ਅਮੈਂਡਮੈਂਟ ਕਰ ਲਓ। ਕਿ ਇਸ ਬਾਰੇ ਜਥੇਬੰਦੀਆਂ ਨੂੰ ਵਿਚਾਰ ਕਰਨਾ ਚਾਹੀਦਾ ਕਿ ਪੂਰਾ ਡੈਡਲੌਕ ਟੁੱਟ ਸਕੇ ਦੋਵੇਂ ਵਾਲੇ ਪਾਸੇ ਤੋਂ ਕਿ ਕਾਨੂੰਨ, ਕਿਉਂਕਿ ਜੋ ਮੈਂ ਪਹਿਲਾਂ ਵੀ ਕਿਹਾ ਕਿ ਐਂਡ ਆਫ ਦਾ ਡੇ ਚਾਹੀਦਾ ਕੀ ਹੈ ਕਿ ਜੋ ਸਾਡੇ ਮੁੱਦੇ ਨੇ ਮਸਲੇ ਨੇ ਕਿਸਾਨਾਂ ਦੇ ਉਹ ਹੱਲ ਹੋ ਜਾਣ। ਦੇਖੋ ਮੈਨੂੰ ਨਹੀਂ ਪਤਾ ਕਿ ਸ਼੍ਰੀ ਅਮਿਤ ਸ਼ਾਹ ਨਾਲ ਜੋ ਕਿਸਾਨਾਂ ਦੀ ਮੀਟਿੰਗ ਹੋਈ ਆ ਉਹਦਾ ਕੀ ਸਾਰੰਸ਼ ਸੀਗਾ, ਮੈਨੂੰ ਨਹੀਂ ਪਤਾ ਜੀ। ਪਰ ਜੇ ਇਹ ਸਾਰੰਸ਼ ਹੈ ਤਾਂ ਮੈਨੂੰ ਲੱਗਦਾ ਕਿ ਕੋਈ ਸਕੋਪ ਹੈ। ਮੈਨੂੰ ਲੱਗਦਾ ਕਿ ਜਿਹੜੇ ਨਾਂ ਐ ਸੱਚ ਨੇ ਨੋਮਨਕਲੇਚਰ ਤਿੰਨਾਂ ਕਾਨੂੰਨਾਂ ਦੇ ਜੀ, ਇਹ ਐਸੈਂਸ਼ੀਅਲ ਕਮੋਡਿਟੀ ਐਕਟ ਨੂੰ ਛੱਡ ਦਿਓ ਜੀ, ਉਹ ਬਹੁਤ ਹੋਰ ਵੀ ਖਤਰਨਾਕ ਹੈ। ਉਹਨੇ ਬਹੁਤ ਗੜਬੜ ਕਰਨੀ ਹੈ। ਪਰ ਮੈਂ ਕਹਿੰਦਾ ਜਿਹੜੇ ਪਹਿਲੇ ਡਾਇਰੈਕਟਲੀ ਦੋ ਕਾਨੂੰਨ ਕਿਸਾਨਾਂ ਨਾਲ ਸੰਬੰਧਿਤ ਹੈ ਉਹਨਾਂ ਦੇ ਨਾਵਾਂ ਨਾਲ ਮੈਨੂੰ ਲੱਗਦਾ ਕੋਈ ਪ੍ਰੋਬਲਮ ਨਹੀਂ। ਇੰਪਾਵਰਮੈਂਟ ਹੈ, ਕੰਟਰੈਕਟ ਹੈ, ਜੋ ਵੀ ਹੈ, ਪਰ ਜੇ ਉਹ ਨਾ ਦੁਬਾਰਾ ਵੀ ਤਾਂ ਰੱਖੇ ਜਾ ਸਕਦੇ ਉਹੀ, ਜੇ ਇੱਕ ਵਾਰੀ ਵਾਪਸ ਲੈ ਕੇ ਵੀ, ਜੇ ਸਰਕਾਰ ਇਹ ਮੰਨਦੀ ਹੈ ਕਿ ਸਾਨੂੰ ਕੋਈ ਇਤਰਾਜ਼ ਨਹੀਂ, ਅਸੀਂ ਤੁਹਾਡੀਆਂ ਸਾਰੀਆਂ ਸੋਧਾਂ ਕਰ ਲੈਨੇ, ਨਾ ਉਹੀ ਰੱਖ ਲਓ, ਤਾਂ ਕਿਸਾਨਾਂ ਨੂੰ ਵੀ ਮੈਨੂੰ ਲੱਗਦਾ ਜੇ ਸਰਕਾਰ ਤੇ ਭਰੋਸਾ ਹੋਵੇ ਕਿ ਇਦਾਂ ਹੀ ਕਰਨਗੇ ਤਾਂ ਕਿਸਾਨ ਵੀ ਸ਼ਾਇਦ, ਮੈਂ ਕਿਸਾਨਾਂ ਵੱਲੋਂ ਕੋਈ ਗਾਰੰਟੀ ਨਹੀਂ ਦੇ ਸਕਦਾ, ਪਰ ਕਿਸਾਨ ਵੀ ਸ਼ਾਇਦ ਇਸ ਗੱਲ ਨੂੰ ਵਿਚਾਰ ਲੈਣ ਕਿ ਠੀਕ ਹੈ ਨਾ ਤਾਂ ਜਦੋਂ ਨਾ ਇਕੱਲੇ ਨੂੰ ਪੜ੍ਹਦੇ ਹੋ ਤਾਂ ਨਾ 'ਚ ਕੋਈ ਪ੍ਰੋਬਲਮ ਨਹੀਂ ਹੈ, ਨਾ ਮਨਜੀਤ ਸਿੰਘ ਹੋਏ ਜਾਂ ਰਣਜੀਤ ਸਿੰਘ ਹੋਏ ਕੋਈ ਫਰਕ ਨਹੀਂ ਪੈਂਦਾ। ਗੱਲ ਤੇ ਹੈ ਕਿ ਉਹਦੇ ਕੰਟੈਂਟ ਕੀ ਹੈ। ਇਸ ਵੇਲੇ ਜਿਹੜੇ ਕੰਟੈਂਟ ਨੇ ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਉਹ ਜਿਹੜੇ ਐਕਸਪਰਟਸ ਹੈ ਬਹੁਤੇ, ਉਹਨਾਂ ਨੂੰ ਵੀ ਉਹ ਲੱਗਦਾ ਕਿ ਕਿਸਾਨਾਂ ਦੇ ਉਲਟ ਜਾਣਗੇ, ਕਾਰਪੋਰੇਟਸ ਦੇ ਹਿੱਤ ਵਿੱਚ ਜਾਣਗੇ। ਸੋ ਮੈਨੂੰ ਲੱਗਦਾ ਕਿ ਨਾਵਾਂ ਦੇ ਉੱਪਰ ਜੇ ਅੜਨ ਨਾਲੋਂ ਸਗੋਂ ਉਹਦੇ ਜੇ ਮੈਂ ਤਾਂ ਹੀ ਸੁਝਾਅ ਦਿੱਤਾ ਸੀ ਕਿ ਜਾਂ ਇਹ ਵਾਪਸ ਕਰ ਲੈਣ, ਮੁੜ ਕੇ ਡਿਬੇਟ ਕਰਕੇ ਉਹਨਾਂ ਨਾਵਾਂ ਦੇ ਅੰਡਰ ਹੀ ਭਾਵੇਂ ਲੈ ਆਣ, ਜਾਂ ਫਿਰ ਇਹ ਸਸਪੈਂਡ ਕਰਕੇ ਡਿਬੇਟ ਕਰ ਲੈਣ ਸਾਰੇ, ਕਿਉਂਕਿ ਨਹੀਂ ਅਸਲੀ ਮਾਮਲਾ ਘੁੰਮਣ ਜੀ, ਠੀਕ ਹੈ ਪ੍ਰੋਫੈਸਰ ਸਾਹਿਬ ਜੀ ਪ੍ਰੋਫੈਸਰ ਜੀ, ਮੈਂ ਨਿੱਕੀ ਜੀ ਇੰਟਰਵੈਂਸ਼ਨ ਇਹ ਕਰਦਾ ਆ ਕਿ ਅਸਲੀ ਗੱਲ ਸਰਕਾਰ ਤੇ ਬੇਭਰੋਸਗੀ ਦੀ ਹੋ ਗਈ ਹੈ। ਤੁਸੀਂ ਇਸ ਗੱਲ ਨੂੰ ਸਮਝੋ। ਗੱਲ ਸਵਾਲ ਇਹ ਨਹੀਂ ਹੈਗਾ, ਲੋਕਾਂ ਨੂੰ ਇਹ ਲੱਗਦਾ ਕਿ ਇਹ ਸਰਕਾਰ ਜੋ ਵੀ ਸਾਡੇ ਲਈ ਲੈ ਕੇ ਆਊਗੀ ਸਾਡੇ ਹਿੱਤ 'ਚ ਨਹੀਂ ਲੈ ਕੇ ਆਊਗੀ, ਇਸ ਕਰਕੇ ਉਹ ਲੌਕ ਸਟਾਕ ਐਂਡ ਬੈਰਲ ਉਸ ਚੈਪਟਰ ਨੂੰ ਹੀ ਪਾੜ ਕੇ ਸੁੱਟਣਾ। ਨਹੀਂ ਪ੍ਰੋਫੈਸਰ ਸਾਹਿਬ, ਤੁਹਾਨੂੰ ਨਹੀਂ ਲੱਗਦਾ ਕਿ ਜੇ ਇਸ ਪੂਰੀ ਸਿਚੁਏਸ਼ਨ ਦੇ ਵਿੱਚੋਂ ਤਾਂ ਬਾਹਰ ਕੱਢਣਾ ਹੋਏਗਾ ਕਿ ਬੇਭਰੋਸਗੀ ਲੱਗਦਾ ਹੋਏਗਾ, ਜੇਕਰ ਐਵੇਂ ਹੋਵੇ ਉਹਨਾਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਕਿਸਾਨ ਜਥੇਬੰਦੀਆਂ ਨੂੰ ਖੁਦ ਲਿਆਉਣਾ ਹੋਏਗਾ ਬਾਹਰ। ਮੈਂ ਇੱਕ ਉਸ ਦੇ ਉੱਤੇ ਵੀ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਇਸ ਸਮੇਂ ਜਿਹੜੇ ਕਿਸਾਨ ਉੱਥੇ ਮੌਜੂਦ ਨੇ ਜਾਂ ਪਿੰਡਾਂ ਦੇ ਵਿੱਚ ਮੌਜੂਦ ਨੇ ਉਹ ਇਸ ਦੇ ਲਈ ਰਾਜ਼ੀ ਨਹੀਂ ਹੋਣਗੇ,
ਉਹ ਕੀ ਆਪਸ਼ਨ ਬਣ ਸਕਦੀ ਹੈ ਕਿ ਕਿਵੇਂ ਉਹਨਾਂ ਦਾ ਪੂਰਾ ਦਿਲ ਪੜਿਆ ਜਾਵੇ, ਉਹਨਾਂ ਦਾ ਮਨ ਪੜਿਆ ਜਾਵੇ ਕਿ ਹਾਂ ਐਕਚੁਅਲ ਚ ਉਹ ਕੀ ਚਾਹੁੰਦੇ ਨੇ? ਇਸ ਦਾ ਕੋਈ ਆਪਸ਼ਨ ਹੈ? ਕਿਉਂਕਿ ਮੈਂ ਬੜਾ ਲਗਾਤਾਰ ਮੈਂ ਗੱਲਬਾਤ ਕੀਤੀ ਕਿਸਾਨ ਜਥੇਬੰਦੀਆਂ ਨਾਲ ਪ੍ਰੋਫੈਸਰ ਸਾਹਿਬ ਕਿ ਮੈਂ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਫੀਡਬੈਕ ਕਿਵੇਂ ਲੈਂਦੇ ਹੋ ਕਿ ਸਾਰੇ ਕਿਸਾਨ ਇਸ ਸਮੇਂ, ਸਾਰੇ ਇੱਥੇ ਨੌਜਵਾਨ ਜਿਹੜੇ ਪਹੁੰਚੇ ਹੋਏ ਨੇ ਉਹ ਸਾਰੇ ਇਹੀ ਚਾਹੁੰਦੇ ਨੇ ਕਿ ਆਹੀ ਫੈਸਲਾ ਲਵੋ, ਕਿ ਫੀਡਬੈਕ ਕਿਵੇਂ ਲੈਂਦੇ ਹੋ? ਉਹ ਕਹਿੰਦੇ ਜੀ ਸਾਡੇ ਬਲਾਕ ਲੈਵਲ ਦੇ ਲੋਕ ਹੈਗੇ ਆ ਜਾਂ ਡਿਸਟ੍ਰਿਕਟ ਲੈਵਲ ਦੇ ਲੋਕ ਹੈਗੇ, ਉਹਨਾਂ ਦੇ ਜ਼ਰੀਏ ਫੀਡਬੈਕ ਪਹੁੰਚਦਾ ਹੈ। ਪਰ ਮੈਂ ਇਹ ਵੀ ਤੁਹਾਨੂੰ ਦੱਸ ਦਿਆਂ ਕਿਉਂਕਿ ਸਿੰਘੂ ਬਾਰਡਰ ਤੇ ਮੈਂ ਖੁਦ ਮੌਜੂਦ ਸੀ, ਇੱਕ ਦਬੀ ਆਵਾਜ਼ ਦੇ ਵਿੱਚ ਕੁਝ ਕਿਸਾਨ, ਕੁਝ ਨੌਜਵਾਨ ਇਹ ਵੀ ਕਹਿੰਦੇ ਨਜ਼ਰ ਆ ਰਹੇ ਸੀ ਕਿ ਠੀਕ ਹੈ ਇੱਕ ਵਾਰੀ ਸੋਚੋ ਤਾਂ ਸਹੀ, ਗੱਲ ਤਾਂ ਕਰੋ। ਹਾਲਾਂਕਿ ਬਹੁਤ ਜ਼ਿਆਦਾ ਉਹਨਾਂ ਦੀ ਤਾਦਾਦ ਨਹੀਂ ਸੀ, ਇੱਕਾ ਦੁੱਕਾ ਸੀ, ਆਫ ਦਾ ਰਿਕਾਰਡ ਮੇਰੇ ਨਾਲ ਗੱਲ ਕਰ ਰਹੇ ਸੀ। ਉਹ ਇਹ ਨੌਜਵਾਨ ਕਹਿੰਦੇ ਨਜ਼ਰ ਆ ਰਹੇ ਸੀ ਕਿ ਠੀਕ ਹੈ ਕਿ ਜੇ ਇੰਨੀ ਜ਼ਿਆਦਾ ਸਰਕਾਰ ਨਰਮ ਪੈ ਰਹੀ ਹੈ ਤਾਂ ਕਿਸਾਨ ਜਥੇਬੰਦੀਆਂ ਨੂੰ ਸੋਚ ਲੈਣਾ ਚਾਹੀਦਾ ਕਿ ਉਹ ਫੀਡਬੈਕ ਕਿਵੇਂ ਲਈ ਜਾਵੇ ਸਾਰਿਆਂ ਦੀ, ਕਿ ਉਹ ਫੀਡਬੈਕ ਲੈ ਕੇ ਇੱਕ ਕੰਸੈਂਸ਼ਨ ਤਿਆਰ ਕੀਤਾ ਜਾ ਸਕੇ। ਬਿਲਕੁਲ ਇਸ ਤਰ੍ਹਾਂ ਹੈਗਾ ਆ। ਮੈਂ 3-4 ਵਾਰੀ ਉੱਥੇ ਇਹ ਚੀਜ਼ ਦੇਖ ਚੁੱਕਾ ਆ ਕਿ ਜਿੰਨੇ ਵੀ ਮਾੜੀ ਜੀ ਇਧਰੋਂ ਉਧਰੋਂ ਉਸ ਲਾਈਨ ਤੋਂ ਖਿਸਕਣ ਦੀ ਕੋਸ਼ਿਸ਼ ਕੀਤੀ, ਅਗਰ ਇੱਕਦਮ ਉੱਥੇ ਭੜਕਾਟ ਹੋ ਜਾਂਦੀ ਆ, ਲੋਕ ਕਹਿੰਦੇ ਕਿ ਲਓ ਜੀ, ਇੱਕਦਮ ਉਹਦੇ ਤੇ ਐਲੀਗੇਸ਼ਨ ਠੱਪਾ ਲੱਗ ਜਾਂਦਾ, ਲਓ ਜੀ ਕੋਈ ਗੱਲ ਹੋ ਗਈ ਆ, ਵਿਕ ਗਿਆ, ਫਲਾਨਾ ਟਮਕਾਣਾ। ਮੂਵਮੈਂਟਾਂ ਦਾ ਇੱਕ ਆਪਣਾ ਇੱਕ ਅਜੀਬ ਮਾਹੌਲ ਹੁੰਦਾ, ਉਹਨੂੰ ਹੈਂਡਲ ਕਰਨਾ ਬੜੀ ਸਿਆਣਪ ਚਾਹੀਦੀ ਹੈ। ਹੁਣ ਰਹੀ ਗੱਲ, ਮੈਂ ਤੁਹਾਨੂੰ ਅਜੇ ਵੀ ਇਹ ਗੱਲ ਕਹਿਣਾ ਕਿ ਜੇ ਸੱਚੀ ਤੌਰ ਤੇ ਸਰਕਾਰ ਸੰਜੀਦਾ ਹੈਗੀ ਆ, ਦਿਲੋਂ ਚਾਹੁੰਦੀ ਇਹਦਾ ਕੋਈ ਹੱਲ ਕੱਢਣਾ, ਉਹ ਕਾਨੂੰਨਾਂ ਨੂੰ ਸਸਪੈਂਡ ਕਰਨ ਦਾ ਕਿਸੇ ਨੇ ਨਹੀਂ ਮੰਨਣਾ ਜੀ, 3 ਸਾਲ ਲਈ ਜਾਂ 4 ਸਾਲ ਲਈ। ਉਹ ਇਹ ਸਮਝਦੇ ਆ ਕਿ ਇਹ ਤੇ ਫਿਰ ਲਾਗੂ ਹੋ ਜਾਣਗੇ ਦੁਬਾਰਾ। ਉਹ ਕਿਸਾਨ ਇਹ ਸੋਚ ਰਹੇ ਆ ਕਿ ਬਾਰ-ਬਾਰ ਐਡਾ ਵੱਡਾ ਜਮਾਵੜਾ ਜਿਹੜਾ ਆ ਦੁਬਾਰਾ। ਸ਼ੁਰੂ ਦੇ ਵਿੱਚ ਇੱਕ ਆਵਾਜ਼ ਸੀਗੀ, ਸ਼ੁਰੂ ਦੇ ਵਿੱਚ ਆਵਾਜ਼ ਸੀਗੀ ਕਿ 6 ਮਹੀਨੇ ਦੇ ਲਈ ਸਸਪੈਂਡ ਕਰ ਦਿਓ, ਸਾਡੇ ਨਾਲ ਗੱਲ ਕਰੋ, ਫਿਰ ਇਸ ਦੇ ਉੱਤੇ ਅਮਲ ਕਰਿਓ। ਨਹੀਂ, ਹੁਣ ਨਹੀਂ, ਇਸ ਸਟੇਜ ਤੇ ਨਹੀਂ। ਉਹ ਸ਼ੁਰੂ ਚ ਤੇ ਬਹੁਤ ਹੱਲ ਸੀ, ਸ਼ੁਰੂ ਤੇ ਅਮੈਂਡਮੈਂਟ ਨਾਲ ਵੀ ਗੱਲ ਹੋ ਜਾਣੀ ਸੀ, ਸ਼ੁਰੂ ਤੇ MSP ਤੇ ਮੰਡੀਆਂ ਦਾ ਤੇ 2-3 ਗੱਲਾਂ ਹੋ ਜਾਂਦੀਆਂ, ਸਾਰਾ ਕੰਮ ਸੈੱਟ ਹੋ ਜਾਣਾ ਸੀ, ਜਿਹੜਾ ਕਿ ਹੁਣ ਮੰਨ ਰਹੀ ਹੈ ਸਰਕਾਰ। ਹੁਣ ਅੱਜ ਦੀ ਪਰਿਸਥਿਤੀ ਚ ਨਿਕਲਣ ਲਈ ਜਿੱਥੇ ਕਿਸਾਨ ਨੂੰ ਆਪਣੇ ਫਾਲੋਅਰ ਨੇ ਜਾਂ ਸਾਰੀ ਜਨਤਾ ਜਨਾਰਦਨ ਨੂੰ ਸਮਝਾਉਣਾ ਔਖਾ ਹੋਇਆ, ਸਰਕਾਰ ਜੇ ਸੰਜੀਦਾ ਢੰਗ ਨਾਲ ਹੱਲ ਕੱਢਣਾ ਚਾਹੁੰਦੀ ਆ, ਮੈਨੂੰ ਇੱਕ ਹੱਲ ਲੱਗਦਾ। ਮੈਂ ਪਹਿਲਾਂ ਵੀ ਕਈ ਚੈਨਲਾਂ ਤੇ ਕਹਿ ਚੁੱਕਾ, ਤੁਹਾਡੇ ਚੈਨਲ ਤੇ ਵੀ ਮੈਂ ਬਾਰ-ਬਾਰ ਇਹੀ ਗੱਲ ਕਹਿਣੀ ਚਾਹੂੰਗਾ ਕਿ ਸੂਓ ਮੋਟੋ ਕੋਰਟ ਚੋਂ ਪਵਾ ਕੇ ਇਸ ਗੱਲ ਦਾ ਕਿ ਉੱਥੋਂ ਕੋਈ ਆਰਡਰ ਹੋ ਜਾਵੇ ਕਿ ਦੇਖੋ ਜੀ ਇਹ ਕਾਨੂੰਨਾਂ ਦੇ ਵਿੱਚ ਇਹ ਫਲਾਹ ਹੈਗੇ ਆ, ਇਸ ਲਈ ਇਸ ਨੂੰ ਦੁਬਾਰਾ ਪਾਰਲੀਮੈਂਟ ਦੇ ਵਿੱਚ ਭੇਜਿਆ ਜਾਊਗਾ। ਇਸ ਕਿਸਮ ਦਾ ਜੇ ਕੋਈ ਡਿਸੀਜਨ ਹੋ ਜਾਂਦਾ ਤੇ ਜਿਹੜਾ ਆ ਉਹਦਾ ਕੋਈ ਹੱਲ ਵੱਲ ਆ, ਉਹਦੇ ਨਾਲ ਕੀ ਹੋਊਗਾ ਕਿ ਸਰਕਾਰ ਦੀ ਇੱਜ਼ਤ ਰਹਿ ਜਾਊਗੀ। ਦੇਖੋ ਜੀ ਕੋਰਟ ਦਾ ਤੇ ਸਾਨੂੰ ਮੰਨਣਾ ਪਊਗਾ। ਇਸੇ ਤਰੀਕੇ ਦੇ ਨਾਲ ਜਿਹੜੇ ਕਿਸਾਨ ਆ ਉਹਨਾਂ ਨੂੰ ਲੱਗੂਗਾ ਕਿ ਅਸੀਂ ਵਾਪਸ ਕਰਾ ਲਏ, ਹੁਣ ਤੇ ਕੋਰਟ ਨੇ ਕਹਿਤਾ। ਦੇਖੋ ਉਹਦੇ ਚ ਫਲਾਹ ਵੀ ਹੈਗੇ ਆ, ਮੈਂ ਤੁਹਾਨੂੰ ਸਾਫ਼-ਸਾਫ਼ ਦੱਸਦਾ। ਰਾਜ ਸਭਾ ਦੇ ਵਿੱਚ ਜਿਵੇਂ ਇਹ ਪਾਸ ਹੋਏ, ਉਹ ਟੈਕਨੀਕਲ ਫਲਾਹ ਆ। ਉੱਥੇ ਪ੍ਰਸ਼ਾਂਤ ਭੂਸ਼ਣ ਆ ਕੇ ਬੋਲ ਕੇ ਗਏ ਸਟੇਜ ਤੇ, ਉੱਥੇ 2 ਬੰਦਿਆਂ ਨੇ, 2 MPਆਂ ਨੇ ਕਿਹਾ ਕਿ ਡਿਵੀਜ਼ਨ ਹੋਣੀ ਚਾਹੀਦੀ, ਵੋਟਾਂ ਪੈਣੀਆਂ ਚਾਹੀਦੀਆਂ, ਉਹ ਨਹੀਂ ਹੋਈਆਂ। ਸੁਪਰੀਮ ਕੋਰਟ ਇਸ ਗੱਲ ਦਾ ਬਹਾਨਾ ਪਾ ਕੇ ਉਹਨਾਂ ਨੂੰ ਕਰ ਸਕਦੀ ਹੈ ਕਿ ਦੇਖੋ ਜੀ ਇਸ ਦੇ ਵਿੱਚ ਟੈਕਨੀਕਲ ਫਲਾਹ ਹੈਗੇ ਆ। ਨਹੀਂ, ਫਿਰ ਜਥੇਬੰਦੀਆਂ ਨੂੰ ਪਹਿਲਾਂ ਜੇ ਸਿਊ ਮੋਟੋ ਅਦਾਲਤ ਨਹੀਂ ਲੈ ਰਹੀ ਤਾਂ ਲੱਗਦਾ ਜਥੇਬੰਦੀਆਂ ਨੂੰ ਮੂਵ ਕਰਨਾ ਚਾਹੀਦਾ, ਕਿਉਂਕਿ ਜਥੇਬੰਦੀਆਂ ਨੇ ਸੁਪਰੀਮ ਕੋਰਟ ਤੋਂ ਵੀ ਫਿਲਹਾਲ ਕਿਨਾਰਾ ਕੀਤਾ। ਨਾ ਲੱਖੋਵਾਲ ਇੱਕੋ ਵਾਰੀ ਗਿਆ ਸੀ ਸੁਪਰੀਮ ਕੋਰਟ, ਬਿਲਕੁਲ ਇੱਕ ਤਰੀਕੇ ਨਾਲ ਬਾਈਕਾਟ ਕਰਦਾ ਸੀ। ਬਿਲਕੁਲ ਕੋਰਟਾਂ ਦੇ ਵੀ ਭਰੋਸਾ ਨਹੀਂ ਲੋਕਾਂ ਦਾ। ਇਹ ਬੜੀ ਨਾਜ਼ੁਕ ਤੇ ਬੜੀ ਖਤਰਨਾਕ ਹਾਲਾਤ ਵਿੱਚ ਦੇਸ਼ ਪਹੁੰਚਿਆ ਹੋਇਆ। ਤੁਸੀਂ ਸੋਚ ਕੇ ਤੇ ਦੇਖੋ, ਲੋਕਾਂ ਦਾ ਕੋਰਟ ਤੇ ਭਰੋਸਾ ਨਹੀਂ ਹੈਗਾ। ਲੋਕ ਕਹਿੰਦੇ, ਇੱਕੋ ਬੰਦਾ ਲੱਖੋਵਾਲ ਗਿਆ ਸੀਗਾ, ਉਹਨੂੰ ਉਸੇ ਵੇਲੇ ਉਹਨਾਂ ਨੇ ਆਪਣੀ ਜਥੇਬੰਦੀ ਚੋਂ ਬਾਹਰ ਕੱਢਤਾ, ਬਾਅਦ ਵਿੱਚ ਚਲੋ ਕੁਝ ਦਿਨ ਸਸਪੈਂਡ ਕਰਕੇ ਵਾਪਸ ਲੈ ਲਿਆ। ਇਸ ਲਈ ਜਿਹੜਾ ਵੀ ਬੰਦਾ ਸੁਪਰੀਮ ਕੋਰਟ ਦਾ ਅੱਜ ਦੀ ਡੇਟ 'ਚ ਨਾਂ ਲਊਗਾ, ਕੋਈ ਸਿਆਣਾ ਬੰਦਾ ਸਲਾਹ ਦੇ ਵੀ ਸਕਦਾ ਇਹੋ ਜੀ, ਪਰ ਜਿਹੜਾ ਵੀ ਜਾਂਦਾ ਆ ਉਹਦੇ ਪਿੱਛੇ ਸਾਰੇ ਕਹਿੰਦੇ ਕਿ ਨਾ ਫਿਰ ਸਾਨੂੰ ਅਸੀਂ ਦੈਨ ਦੇ ਵਿਲ ਬੀ ਬਾਉਂਡ, ਫਿਰ ਉਹਨਾਂ ਨੂੰ ਸੁਪਰੀਮ ਕੋਰਟ ਦਾ ਮੰਨਣਾ ਪਊਗਾ। ਤੇ ਜਦੋਂ ਮੂਵਮੈਂਟ ਚੱਲ ਰਹੀ ਆ, ਐਜੀਟੇਸ਼ਨ ਚੱਲ ਰਹੀ ਆ, ਕੋਈ ਵੀ ਸੁਪਰੀਮ ਕੋਰਟ ਦਾ ਮੂੰਹ ਵਿੱਚੋਂ ਨਹੀਂ ਕਰੂਗਾ। ਇਹਨਾਂ ਲੀਡਰਾਂ ਚੋਂ ਘੱਟੋ ਘੱਟ ਕੋਈ। ਚਲੋ ਤੁਸੀਂ ਵਾਰ-ਵਾਰ ਜ਼ਿਕਰ ਕਰ ਰਹੇ ਹੋ ਪ੍ਰੋਫੈਸਰ ਸਾਹਿਬ ਕਿ ਸੌਖਾ ਨਹੀਂ ਹੁਣ ਕਿਸਾਨ ਜਥੇਬੰਦੀਆਂ ਦੇ ਲਈ ਵੀ ਕੋਈ ਅਲੱਗ ਡਿਸੀਜਨ ਲੈਣਾ ਕਾਨੂੰਨ ਰੱਦ ਕਰਨ ਵਾਲੇ ਪੂਰੇ ਸਟੈਂਡ ਤੋਂ। ਚਲੋ ਮੈਂ ਇੱਕ ਛੋਟਾ ਜਿਹਾ ਬ੍ਰੇਕ ਲੈ ਰਿਹਾ ਹਾਂ। ਘੁੰਮਣ ਸਾਹਿਬ ਸਾਡੇ ਨਾਲ ਬਣੇ ਹੋਏ ਨੇ, ਪ੍ਰੋਫੈਸਰ ਸਾਹਿਬ ਸਾਡੇ ਨਾਲ ਬਣੇ ਹੋਏ ਨੇ। ਛੋਟੇ ਜਿਹੇ ਬ੍ਰੇਕ ਤੋਂ ਬਾਅਦ ਫੌਰਨ ਵਾਪਸ ਆਉਣੇ।